इस उम्मीद च कि किसान लीडर तो परां हो जाण, मूवमेंट मैनू फड़ा देण, फिर देखो मैं जिस तरह दिल्ली की इट दे नाल इट किवें खड़काउणा। ये तो कोई सियाणप की गल आ, ये कोई ईमानदारी की गल आ, ये कोई दियानतदारी की गल आ। मैं तो इहनूं अकल की भी नहीं गल समझदा। जिस तरीके नाल कोर्ट दे विच इन्हां दे वकील ने ये कहा कि नहीं जी इन्हां ते कुछ नहीं कीता, ये तो सिर्फ देखण ही गए सी, ये तो सिर्फ होर कुछ उदों बाद नहीं सी करन गए, इन्हां दा तुसीं किते कोई इहो जिहा प्रूफ नहीं दिखा सकदे कि इन्हां ने कुछ भी उस नूं खालसाई झंडे नूं चलाउण दे विच मदद कीती होवे। ये लिलड़ियां कड्ढण दा की मतलब आ? जे तुसीं इस धरती दी पानी पीता, इहदा नमक खाधा, जां इहदे ते तुसीं प्रणाए होए आ इस सभ्याचार नूं, इस इतिहास नूं, और जिस सिੱਖੀ ਦੀ बार बार कोट करके गल करदे और इन्हां दे ਜਿਹੜੇ ਅਨਿਆਈ है उस सिੱਖੀ ਨੂੰ प्रचार के ते इत्थों इन्हां नूं शक्ति देण दी, इन्हां नूं राजनीतिक सपोर्ट देण दी गल करदे आ, तां फिर उस तर੍ਹਾਂ गुरु गोबिंद सिंह जी ने तो सारा परिवार वारता सी। ਵੀ ਸਟੇਜਾਂ ਤੋਂ ਬੈਠ ਕੇ ਜਿਹੜੇ ਨੇ ਮੋਰਚੇ ਨਹੀਂ ਜਿੱਤੇ ਜਾਂਦੇ, ਕਹਿੰਦੇ ਨੌਜਵਾਨਾਂ ਨੂੰ ਸਟੇਜ ਦਿਓ ਫਿਰ ਤੁਹਾਨੂੰ ਦਿਖਾਵਾਂਗੇ ਵੀ ਸਟੇਜ ਦਾ ਸੰਚਾਲਨ ਹੁੰਦਾ ਕਿਵੇਂ ਹੈ। ਇੱਕ ਦਿਨ ਹੀ ਦੇ ਕੇ ਦੇਖ ਲਿਆ ਨਾ ਤੁਸੀਂ, ਉਹ ਜੁਰਤ ਤੇ ਦਿਖਾਓ, ਗੱਲਾਂ ਤੁਸੀਂ ਸਭ ਨੇ ਬੜੇ ਬੜੇ ਲੈਂਦੇ ਆ, ਤੇ ਜਦੋਂ ਤੁਹਾਡੀ ਹਿੰਮਤ ਦੀ ਟੈਸਟ ਆਉਂਦਾ ਆ ਉਦੋਂ ਤੁਸੀਂ ਚੂਹੇ ਵਾਂਗੂ ਹੋ ਜਾਂਦੇ ਆ। ਇਸ ਤਰ੍ਹਾਂ ਨਹੀਂ, ਜਾਂ ਤੇ ਸ਼ੇਰ ਰਹੋ ਜਾਂ ਚੂਹਾ ਰਹੋ। ਜੇ ਚੂਹੇ ਆ ਤੇ ਫਿਰ ਚੂਹਿਆਂ ਵਾਂਗੂ ਕੰਮ ਕਰੋ। ਤੁਸੀਂ ਇਸ ਸੁਸਾਇਟੀ ਦਾ ਕੋਈ ਸਿੱਖੀ ਦੇ ਨਾਂ ਤੇ ਤਾਲਿਬਾਨਾਈਜੇਸ਼ਨ ਕਰਨਾ ਆ, ਪਰ ਜੇ ਅਸੀਂ ਕਰਿਆ ਕਰਾਇਆ ਤੇ ਕੁਛ ਨਾ ਹੋਵੇ, ਇੱਕ ਪਾਸੇ ਫੇਲ ਹੋ ਕੇ ਦੂਜੇ ਪਾਸੇ ਫੇਲ ਹੋਣ ਆ ਜਾਈਏ, ਤਾਂ ਜਾਂ ਕਿਸੇ ਨੂੰ ਹੋਰਨਾਂ ਨੂੰ ਫੇਲ ਕਰਨ ਲਈ ਆ ਜਾਈਏ, ਇਹ ਕੋਈ ਬਹੁਤੀ ਚੰਗੀ ਗੱਲ ਮੈਨੂੰ ਨਹੀਂ। ਜਿਹੜੇ ਥਿੰਕ ਟੈਂਕਸ ਦੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਦਿਮਾਗ ਦੀਪ ਸਿੱਧੂ ਹੋਣਾ ਪਿੱਛੇ ਜਾਂ ਉਹਨਾਂ ਨੌਜਵਾਨਾਂ ਪਿੱਛੇ ਚੱਲ ਰਹੇ ਨੇ, ਕਿਤੇ ਪ੍ਰੋਫੈਸਰ ਮਨਜੀਤ ਸਿੰਘ ਦੇ ਘਿਰਾਓ ਦੇ ਪਿੱਛੇ ਵੀ ਉਹੀ ਦਿਮਾਗ ਤਾਂ ਨਹੀਂ ਸੀਗੇ ਬਈ ਤੁਸੀਂ ਹੁਣ ਕੁਛ ਨਾ ਕੁਛ ਅਜਿਹਾ ਕਰੋ? ਹਾਂ, ਇੱਕ ਉਹਨਾਂ ਦੀ ਕਮੀ ਜ਼ਰੂਰ ਆ ਕਿ ਆਪਣੇ ਪੈਰੋਕਾਰ ਜਿਹੜੇ ਉਹਨਾਂ ਦੇ ਫਾਲੋਅਰ ਆ, ਜਿਹੜੀ ਉਹਨਾਂ ਦੇ ਫੁੱਟ ਸੋਲਜਰ ਆ, ਉਹਨਾਂ ਨੂੰ ਸਿਆਣੇ ਕਰਨ, ਨਹੀਂ ਤੇ ਉਹ ਉਹਨਾਂ ਨੂੰ ਵੀ ਡੋਬ ਦੇਣਗੇ। ਹੁਣ ਡੋਬ ਹੀ ਰਹੇ ਆ। ਕਿ ਲੱਖੇ ਸਿਧਾਣੇ ਤੇ ਚਾਚੇ ਦੇ ਮੁੰਡੇ ਨੂੰ ਜੋ ਇਲਜ਼ਾਮ ਲੱਗੇ ਹੈ ਕਿ ਦਿੱਲੀ ਪੁਲਿਸ ਦੀ ਜਿਹੜੀ ਸਪੈਸ਼ਲ ਸੈੱਲ ਹੈਗੀ ਉਹ ਚੁੱਕ ਕੇ ਲੈ ਕੇ ਜਾਂਦੀ ਹੈ ਤੇ ਬਹੁਤ ਤਸ਼ੱਦਦ ਵੀ ਹੁੰਦਾ ਹੈ ਤੇ ਵਾਪਸ ਫਿਰ ਛੱਡ ਕੇ ਗਏ ਨੇ। ਨਾਲ ਇਹ ਵੀ ਕਿਹਾ ਵੀ ਲੱਖੇ ਨੂੰ ਸਮਝਾ ਲੈ ਵੀ ਮੋਰਚੇ ਤੋਂ ਦੂਰ ਹੋ ਜਾ, ਨਹੀਂ ਤਾਂ ਐਨਕਾਊਂਟਰ ਕੀਤਾ ਜਾਵੇਗਾ। ਇਹਦੇ 'ਚ ਕਾਫੀ ਕੁਛ ਕਾਲਾ ਕਾਲਾ ਲੱਗਦਾ, ਤੇ ਮੇਰਾ ਖਿਆਲ ਹੈ ਇਹ ਕਾਲਾ ਮਾਲਾ ਜਿਹੜਾ ਜਦ ਤੱਕ ਪੰਜਾਬ ਗੌਰਮੈਂਟ ਆਪ ਉਹਦੇ 'ਚ ਹਿੰਮਤ ਕਰਕੇ ਇੰਟਰਵੀਨ ਨਹੀਂ ਕਰਦੀ, ਇਹ ਸ਼ੰਕੇ ਬਣੇ ਰਹਿਣਗੇ। ਹੁਣ ਕੁਝ ਲੋਕਾਂ ਨੇ ਕਿਸਾਨ ਲੀਡਰਾਂ ਨੂੰ ਜਾਂ ਫਿਰ ਕਿਸਾਨ ਲੀਡਰਾਂ ਦੀ ਹਮਾਇਤ ਕਰਨ ਵਾਲੇ ਜੋ ਬੁੱਧੀਜੀਵੀ ਨੇ ਉਹਨਾਂ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਗੱਲ ਸਿੰਘੂ ਬਾਰਡਰ ਦੀ ਹੈ। ਇੱਕ ਵੀਡੀਓ ਬੜੀ ਵਾਇਰਲ ਹੋਈ ਬਈ ਇੱਕ ਬੁੱਧੀਜੀਵੀ ਪ੍ਰੋਫੈਸਰ ਮਨਜੀਤ ਸਿੰਘ ਜੀ ਇੰਟਰਵਿਊ ਦੇ ਕੇ ਜਿਵੇਂ ਹੀ ਹਟੇ ਤਾਂ ਦੀਪ ਸਿੱਧੂ ਦੇ ਜਿਹੜੇ ਫਾਲੋਅਰ ਸੀ ਉਹਨਾਂ ਵੱਲੋਂ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ ਘਿਰਾਓ ਕੀਤਾ ਗਿਆ, ਸਵਾਲ ਜਵਾਬ ਕੀਤੇ ਗਏ। ਇਸ ਵੇਲੇ ਸਾਡੇ ਨਾਲ ਖੁਦ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਬਹੁਤ ਬਹੁਤ ਧੰਨਵਾਦ ਜੀ। ਸਰ ਸਿੰਘੂ ਬਾਰਡਰ ਦਾ ਸ਼ਾਇਦ ਉਹ ਵੀਡੀਓ ਹੈ ਜਿਹੜੀ ਕਾਫੀ ਇਸ ਵੇਲੇ ਘੁੰਮ ਰਹੀ ਹੈ। ਕਾਰਨ ਕੀ ਸੀ ਤੁਹਾਨੂੰ ਉੱਥੇ ਖੜਾਇਆ ਗਿਆ? ਗੱਲ ਤੁਹਾਡੀ ਸੁਣਦੇ ਨਹੀਂ ਪਏ ਸੀ, ਆਪਣੀਆਂ ਗੱਲਾਂ ਕੁਝ ਕਹੀਆਂ ਜਾ ਰਹੀਆਂ ਸੀ। 25 ਸਤੰਬਰ ਤੋਂ ਲੈ ਕੇ ਮੇਰੇ ਖਿਆਲ 'ਚ ਕੋਈ ਵਾਕਾ ਸੀ? ਨਹੀਂ, ਦੇਖੋ ਉੱਥੇ ਨੌਜਵਾਨ ਖੜੇ ਸੀਗੇ। ਪਹਿਲਾਂ ਤਾਂ ਉਹਨਾਂ ਨੇ ਬਦਤਮੀਜ਼ੀ ਇਹ ਕੀਤੀ ਕਿ ਕੋਈ ਇੰਟਰਵਿਊ ਚੱਲ ਰਹੀ ਸੀ, ਜਿਵੇਂ ਅਸੀਂ ਇੰਟਰਵਿਊ ਕਰ ਰਹੇ ਹਾਂ, ਤੇ ਉਹ ਇੰਟਰਵਿਊ ਵਿੱਚੇ ਹੀ ਟੋਕ ਕੇ ਕੁਝ ਬੰਦੇ ਆਏ, ਉਹਨਾਂ ਨੇ ਮੇਰੇ ਤੇ ਸਿੱਧਾ ਸਵਾਲ ਕਰਨੇ ਸ਼ੁਰੂ ਕੀਤੇ ਜੀ ਮੈਂ ਦੀਪ ਸਿੱਧੂ ਦੀ ਕੋਈ ਗੱਲ ਕਰ ਰਿਹਾ। ਮੈਨੂੰ ਪਤਾ ਲੱਗ ਗਿਆ ਕਿ ਉਹੋ ਜਿਹੇ, ਕਿਉਂਕਿ ਚਿਹਰਿਆਂ ਤੋਂ ਵੀ ਉਹੋ ਜਿਹੇ ਲੱਗਦੇ ਸੀ ਕਿ ਬਹੁਤ ਸੀਰੀਅਸ ਬੰਦੇ ਨਹੀਂ ਸੀ ਲੱਗ ਰਹੇ। ਤੇ ਅਸੀਂ ਕਿਹਾ ਜੀ ਕੋਈ ਨਹੀਂ ਬੱਚਾ, ਅਸੀਂ ਤੁਹਾਡੇ ਨਾਲ ਕਰਦੇ ਹਾਂ ਗੱਲ, ਪਰ ਸਾਨੂੰ ਪਹਿਲਾਂ ਆਹ ਗੱਲ ਖਤਮ ਕਰ ਦਿਓ। ਫਿਰ ਉਹ ਸਾਡੀ ਇੰਟਰਵਿਊ ਖਤਮ ਹੋਈ, ਫਿਰ ਉਹਨਾਂ ਨਾਲ ਅਸੀਂ ਗੱਲ ਮੈਂ ਕਰਨੀ ਸ਼ੁਰੂ ਕੀਤੀ। ਉਹਨਾਂ ਦਾ ਮੁੱਖ ਮੇਰੇ 'ਤੇ ਇਤਰਾਜ਼ ਇਹ ਸੀ ਕਿ ਤੁਸੀਂ ਉਦੋਂ ਤੇ ਇੱਕ ਜਿਹੜੀ 25 ਸਤੰਬਰ ਨੂੰ ਪੰਜਾਬ ਬੰਦ ਹੋਇਆ, ਉਦੋਂ ਤੇ ਸਟੇਜ 'ਤੇ ਅਸੀਂ ਇਕੱਠੇ ਸੀ ਸਾਰੇ, ਉਦੋਂ ਤੇ ਸਾਰੇ ਪੰਜਾਬ ਦੇ ਹੀ ਸਿੰਗਰ ਉੱਥੇ ਆਏ ਹੋਏ ਸੀ, ਬੜੀ ਵੱਡੀ ਗਿਣਤੀ 'ਚ ਆਏ ਸੀ। ਉਹ ਸਟੇਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਚੱਲੀ ਸੀ। ਮੈਨੂੰ ਯਾਦ ਆ ਲੱਖਾ ਸਿਧਾਣਾ, ਹੋਰ ਗਰੇਵਾਲ, ਕੰਵਰ ਗਰੇਵਾਲ, ਜਸ ਬਾਜਵਾ, ਸੋਨੀਆ, ਹੋਰ ਬਹੁਤ ਸਾਡੇ ਆਪਣੇ ਬੰਦੇ ਬਹੁਤ ਬੋਲੇ, ਦੀਪਕ ਚਨਾਰਥਲ ਬੋਲਿਆ, ਯਾਨੀ ਲਾਲੀ ਹੁਣੀ, ਤਰਲੋਚਨ ਲਾਲੀ, ਬਹੁਤ ਸਾਰੇ ਜਰਨਲਿਸਟ, ਆਮ ਬੰਦੇ, ਨੌਜਵਾਨ ਸਾਰੇ। ਅਤੇ ਸਾਨੂੰ ਉਹ ਪਹਿਲਾ ਇੱਕ ਵੱਡਾ ਐਕਸ਼ਨ ਸੀਗਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਔਰ ਕਿਸਾਨਾਂ ਦੇ ਬਿਹਾਫ 'ਤੇ ਉਹ ਸਾਰਾ ਹੋਇਆ ਸੀ। ਅਤੇ ਉਦੋਂ ਇਹ ਵੀ ਉੱਥੇ ਬੜਾ ਇੱਕ ਅਹਿਮ ਭੂਮਿਕਾ, ਐਕਟਿਵ ਭੂਮਿਕਾ ਨਿਭਾ ਰਹੇ ਸੀ। ਅਤੇ ਮੈਂ ਕਿਤੇ
ਉਹਨਾਂ ਦੀ ਤਾਰੀਫ ਵੀ ਕੀਤੀ ਹੋਊਗੀ ਕਿ ਦੇਖੋ ਇਹ ਐਫੀਸ਼ੀਐਂਟਲੀ ਅੰਗਰੇਜ਼ੀ ਵਿੱਚ ਬੋਲ ਸਕਦੇ ਆ, ਕਿਉਂਕਿ ਉਹਨਾਂ ਨੇ ਲਾਅ ਤੋਂ ਇੰਗਲੈਂਡ ਤੋਂ ਕੀਤੀ ਹੈ, ਇੱਥੇ ਪੰਜਾਬੀ ਦੇ ਵਿੱਚ ਬਹੁਤ ਸੋਹਣਾ ਬੋਲਦੇ ਆ, ਅਤੇ ਇਹ ਸਾਡੇ ਨੌਜਵਾਨ ਆ ਅਤੇ ਇਹਨਾਂ ਤੋਂ ਸਾਨੂੰ ਉਮੀਦ ਆ। ਹੁਣ ਉਹਨਾਂ ਦਾ ਗਿਲਾ ਇਹ ਸੀ ਕਿ ਉਦੋਂ ਬਾਅਦ ਤੁਸੀਂ ਜੋ 25 ਜਨਵਰੀ ਨੂੰ ਇਹਨਾਂ ਨੇ ਉੱਥੇ ਰਾਤ ਨੂੰ ਸਟੇਜ 'ਤੇ ਸਿੰਘੂ ਬਾਰਡਰ 'ਤੇ ਕੀਤਾ, ਔਰ ਜੋ ਜਾ ਕੇ ਲਾਲ ਕਿਲੇ 'ਤੇ ਗਏ ਅਤੇ ਜਿਹਦੇ ਕਰਕੇ ਉਹ ਅੰਦਰ ਬੈਠੇ ਆ, ਹੁਣ ਸ਼ਾਇਦ ਜ਼ਮਾਨਤ ਕੱਲ੍ਹ ਹੋ ਗਈ ਹੈ, ਕਿ ਤੁਸੀਂ ਉਹਨਾਂ ਦੀ ਹੁਣ ਕਿਉਂ ਨਹੀਂ ਉਸੇ ਤਰੀਕੇ ਨਾਲ ਵਾਹ ਕਰਦੇ। ਹੁਣ ਸਾਨੂੰ ਸਾਫ਼ ਪਤਾ ਹੈ ਕਿ ਅਸੀਂ ਕਿਸੇ ਮੁੱਦਿਆਂ ਦੇ ਨਾਲ ਆ, ਅਸੀਂ ਕਿਤੇ ਬੰਦਿਆਂ ਦੇ ਨਾਲ ਥੋੜ੍ਹੀ ਆ। ਜਦ ਤੁਸੀਂ ਉਸ ਮੁੱਦੇ ਨੂੰ, ਇਸ ਐਡੀ ਵੱਡੀ ਮੂਵਮੈਂਟ ਨੂੰ ਹੀ ਇਸ ਉਮੀਦ 'ਚ ਕਿ ਕਿਸਾਨ ਲੀਡਰ ਤੇ ਪਰਾਂ ਹੋ ਜਾਣ, ਮੂਵਮੈਂਟ ਮੈਨੂੰ ਫੜਾ ਦੇਣ, ਫਿਰ ਦੇਖੋ ਮੈਂ ਜਿਸ ਤਰ੍ਹਾਂ ਦਿੱਲੀ ਦੀ ਇੱਟ ਦੇ ਨਾਲ ਇੱਟ ਕਿਵੇਂ ਖੜਕਾਉਣਾ, ਇਹ ਤੇ ਕੋਈ ਸਿਆਣਪ ਦੀ ਗੱਲ ਆ, ਇਹ ਕੋਈ ਇਮਾਨਦਾਰੀ ਦੀ ਗੱਲ ਆ, ਇਹ ਕੋਈ ਦਿਆਨਤਦਾਰੀ ਦੀ ਗੱਲ ਆ। ਮੈਂ ਤਾਂ ਇਹਨੂੰ ਅਕਲ ਦੀ ਵੀ ਨਹੀਂ ਗੱਲ ਸਮਝਦਾ। ਸਰ, ਤੁਹਾਨੂੰ ਲੱਗਦਾ ਨਹੀਂ ਹੈ ਕਿ ਹਲੇ ਵੀ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ 25 ਸਤੰਬਰ ਤੇ 25 ਜਨਵਰੀ ਦੇ ਵਿਚਲਾ ਫਰਕ ਪਤਾ ਹੀ ਨਹੀਂ? ਦੇਖੋ, ਪਤਾ ਵਾਲਿਆਂ ਨੂੰ, ਕਿਸਾਨਾਂ ਨੂੰ ਤੇ ਸਾਰਾ ਪਤਾ, ਸਾਰੇ ਪੰਜਾਬ ਨੂੰ ਪਤਾ ਕਿ ਕੀ ਹੋਇਆ, ਔਰ ਜਿਨ੍ਹਾਂ ਲੋਕਾਂ ਨੂੰ 26 27 ਜਨਵਰੀ ਉੱਥੇ 2 ਦਿਨ ਜੋ ਹਾਲਾਤ ਦੇਖਣੇ ਪਏ, ਦਿੱਲੀ ਦੇ ਵੀ ਪੰਜਾਬੀਆਂ ਨੂੰ, ਔਰ ਉੱਥੋਂ ਦੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਜਿਸ ਤਰੀਕੇ ਨਾਲ ਸਨਾਟਾ ਤੇ ਛਾ ਗਿਆ ਸੀ ਇੱਕਦਮ ਕਿ ਹੁਣ ਕੁਝ ਹੋ ਸਕਦਾ, ਔਰ ਜਿਵੇਂ ਮੋਦੀ ਜੀ ਨੇ ਆਪਣੀ ਆਵਾਜ਼ ਪਾਰਲੀਮੈਂਟ 'ਚ ਚੁੱਕ ਕੇ ਕਹਿਤੀ ਸੀ ਕਿ ਤਿਰੰਗੇ ਦਾ ਬੇਇੱਜ਼ਤੀ ਕੀਤੀ ਗਈ ਹੈ, ਬੇਅਦਬੀ ਕੀਤੀ ਗਈ ਹੈ, ਉਹਦਾ ਮਤਲਬ ਹਾਲਾਂਕਿ ਕੀਤੀ ਨਹੀਂ ਗਈ, ਕੋਈ ਪ੍ਰੂਫ ਨਹੀਂ ਸੀ। ਜਦੋਂ ਪ੍ਰਧਾਨ ਮੰਤਰੀ ਆਪ ਖੁਦ ਇਸ ਗੱਲ ਦੇ ਉੱਤੇ ਤਿਆਰ ਹੋ ਗਏ ਸੀ ਕਿ ਹੁਣ ਇਹਨਾਂ ਨੂੰ ਮੂਵਮੈਂਟ ਨੂੰ ਖਦੇੜਨ ਦਾ ਵੇਲਾ ਆ ਗਿਆ, ਤੇ ਲੋਕ ਤੇ ਇਹੀ ਗੱਲ ਜੋੜਨਗੇ ਨਾ ਕਿ ਕੌਣ ਜ਼ਿੰਮੇਵਾਰ ਸੀ। ਲੋਕ ਤੇ ਇਹ ਦੇਖਦੇ ਆ ਕਿ ਇਹਨਾਂ ਲੋਕਾਂ ਨੂੰ ਭੇਜਿਆ ਹੀ ਮੋਦੀ ਵੱਲੋਂ ਗਿਆ, ਇਸ ਗੱਲ ਦੀ ਸਾਫ਼ ਲੋਕੀ ਚਰਚਾ ਕਰਦੇ ਆ। ਨਹੀਂ, 25 ਸਤੰਬਰ ਨੂੰ ਸਰ ਉੱਥੇ ਵੀਰ ਸਿੰਘ ਸੀ, ਡਾਕਟਰ ਉਦੋਂ ਕੇ ਉੱਥੇ ਮੌਜੂਦ ਸੀ, ਹੋਰ ਵੀ ਕਈ ਸੱਜਣ ਮੌਜੂਦ ਸੀ। 25 ਤਰੀਕ ਨੂੰ ਸਟੇਜ ਕੈਪਚਰ ਕਰਨ ਤੱਕ ਉੱਥੇ ਭਾਸ਼ਣ ਦੇਣ ਤੱਕ ਉਹ ਮੌਜੂਦ ਰਹੇ, ਪਰ ਜਨਵਰੀ ਨੂੰ ਮਾਫ ਕਰਿਓ 25 ਜਨਵਰੀ ਨੂੰ ਉੱਥੇ ਮੌਜੂਦ ਰਹੇ। ਪਰ ਜਦੋਂ ਉਹਨਾਂ ਨੌਜਵਾਨਾਂ ਤੇ ਪੀੜ ਪਈ ਹੈ, ਜਦੋਂ ਪੁਲਿਸ ਨੇ ਉਹਨਾਂ ਨੂੰ ਫੜਿਆ ਉੱਥੇ ਜਾਂਦਿਆਂ ਨੂੰ, ਉਦੋਂ ਇਹ ਕਿਤੇ ਨਜ਼ਰ ਨਹੀਂ ਆਏ, ਉਦੋਂ ਗਾਇਬ ਹੋ ਗਏ, ਫੋਨ ਸਵਿਚ ਆਫ ਕਰ ਲਿਆ ਇਹਨਾਂ ਨੇ। ਸਵਿਚ ਆਫ ਕਰ ਲਿਆ, ਮੇਰਾ ਖਿਆਲ ਇੱਥੇ ਹਰਿਆਣੇ 'ਚੋਂ ਅੰਬਾਲੇ ਨੇੜਿਓਂ ਸ਼ਾਇਦ ਜਾਂ ਕਿਤੇੋਂ ਯਮੁਨਾ ਨਗਰ ਨੇੜਿਓਂ ਇਹਨਾਂ ਨੂੰ ਫੜਿਆ ਗਿਆ ਸੀਗਾ। ਖੈਰ ਚਲੋ, ਉਹ ਇੱਕ ਅਲੱਗ ਵਿਸ਼ਾ, ਫੜਨਾ ਚਾਹੀਦਾ ਸੀ, ਨਹੀਂ ਫੜਨਾ ਚਾਹੀਦਾ। ਪਰ ਅਗਲਾ ਵਿਸ਼ਾ ਮੈਂ ਜ਼ਰੂਰ ਕਹੂੰਗਾ ਕਿ ਜਿਹੜਾ ਹੈ, ਜਿਸ ਤਰੀਕੇ ਨਾਲ ਕੋਰਟ ਦੇ ਵਿੱਚ ਇਹਨਾਂ ਦੇ ਵਕੀਲ ਨੇ ਇਹ ਕਿਹਾ ਕਿ ਨਹੀਂ ਜੀ ਇਹਨਾਂ ਤੇ ਕੁਛ ਨਹੀਂ ਕੀਤਾ, ਇਹ ਤਾਂ ਸਿਰਫ ਦੇਖਣ ਹੀ ਗਏ ਸੀ, ਇਹ ਤਾਂ ਸਿਰਫ ਹੋਰ ਕੁਛ ਉਦੋਂ ਬਾਅਦ ਨਹੀਂ ਸੀ ਕਰਨ ਗਏ, ਇਹਨਾਂ ਦਾ ਤੁਸੀਂ ਕਿਤੇ ਕੋਈ ਇਹੋ ਜਿਹਾ ਪ੍ਰੂਫ ਨਹੀਂ ਦਿਖਾ ਸਕਦੇ ਕਿ ਇਹਨਾਂ ਨੇ ਕੁਛ ਵੀ ਉਸ ਨੂੰ ਖਾਲਸਾਈ ਝੰਡੇ ਨੂੰ ਚਲਾਉਣ ਦੇ ਵਿੱਚ ਮਦਦ ਕੀਤੀ ਹੋਵੇ। ਹੁਣ ਇਹ ਲਿਲੀੜੀਆਂ ਕੱਢਣ ਦਾ ਕੀ ਮਤਲਬ ਆ? ਜੇ ਤੁਹਾਡੇ 'ਚ ਦਬੰਗੀ ਦੇ ਨਾਲ ਤੁਸੀਂ ਉੱਥੇ ਗਏ ਆ, ਆਪਣੀ ਜੁਰਤ ਦੇ ਨਾਲ ਗਏ ਆ, ਸਾਰਿਆਂ ਨੂੰ ਦਰਕਿਨਾਰ ਕਰਕੇ, ਮੂਵਮੈਂਟ ਨੂੰ ਸਟੇਕ 'ਤੇ ਲਾ ਕੇ, ਉਹਨੂੰ ਦਾਅ 'ਤੇ ਲਾ ਕੇ ਉੱਥੇ ਤੁਸੀਂ ਗਏ ਆ, ਘੱਟੋ ਘੱਟ ਇੰਨੀ ਜੁਰਤ 'ਤੇ ਰੱਖੋ, ਇੰਨਾ ਕਿਤੇ ਤੁਸੀਂ ਕਹੋ ਕਿ ਹਾਂ ਬਈ ਅਸੀਂ ਹੈਗੇ ਆ, ਅਸੀਂ ਇਹ ਚਾਹੁੰਦੇ ਆ, ਅਸੀਂ ਖਾਲਸਾਈ ਰਾਜ ਚਾਹੁੰਦੇ ਆ, ਜਾਂ ਖਾਲਸਾਈ ਇੱਥੇ ਵੱਧ ਸੂਬੇ ਲਈ ਅਧਿਕਾਰ ਚਾਹੁੰਦੇ ਆ। ਜੋ ਵੀ ਤੁਹਾਡਾ ਪ੍ਰੋਗਰਾਮ ਆ ਉਹਦੇ 'ਤੇ ਡਟੋ, ਉਹਦੇ 'ਤੇ ਜੇ ਤੁਸੀਂ ਇਸ ਧਰਤੀ ਦੀ ਪਾਣੀ ਪੀਤਾ, ਇਹਦਾ ਨਮਕ ਖਾਧਾ, ਜਾਂ ਇਹਦੇ ਦੇ ਤੁਸੀਂ ਪ੍ਰਣਾਏ ਹੋਏ ਆ ਇਸ ਸੱਭਿਆਚਾਰ ਨੂੰ, ਇਸ ਇਤਿਹਾਸ ਨੂੰ, ਔਰ ਜਿਸ ਸਿੱਖੀ ਦੀ ਇਹ ਬਾਰ-ਬਾਰ ਕੋਟ ਕਰਕੇ ਗੱਲ ਕਰਦੇ, ਔਰ ਇਹਨਾਂ ਦੇ ਜਿਹੜੇ ਅਨਿਆਈ ਹੈ ਉਸ ਸਿੱਖੀ ਨੂੰ ਪ੍ਰਚਾਰ ਕੇ ਤੇ ਇੱਥੋਂ ਇਹਨਾਂ ਨੂੰ ਸ਼ਕਤੀ ਦੇਣ ਦੀ, ਇਹਨਾਂ ਨੂੰ ਰਾਜਨੀਤਿਕ ਸਪੋਰਟ ਦੇਣ ਦੀ ਗੱਲ ਕਰਦੇ ਆ, ਤਾਂ ਫਿਰ ਉਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਾਰਾ ਪਰਿਵਾਰ ਵਾਰਤਾ ਸੀ। ਤੁਸੀਂ ਆਪਣੇ ਆਪ ਤੋਂ ਡਰਦੇ ਕਿਉਂ ਆ? ਫਿਰ ਕਿਹੜੀ ਗੱਲ ਹੈ? ਤੁਸੀਂ ਗਏ ਆ ਜੇਲ੍ਹ 'ਚ, ਠੀਕ ਹੈ ਜੀ, ਅਸੀਂ ਹੈਗੇ ਆ ਜੇਲ੍ਹ 'ਚ ਬੈਠੇ ਆ, ਅਸੀਂ ਨਹੀਂ, ਕੋਈ ਨਹੀਂ, ਸਾਨੂੰ ਜ਼ਮਾਨਤ ਦੀ ਵੀ ਲੋੜ, ਅਸੀਂ ਉਹਨਾਂ ਚਿਰ ਤੱਕ ਬੈਠੇ ਰਵਾਂਗੇ ਜਦ ਤੱਕ ਸਾਨੂੰ ਸਾਡਾ ਨਿਆਂ ਨਹੀਂ ਮਿਲਦਾ। ਇਸ ਤਰੀਕੇ ਨਾਲ ਮੇਰਾ ਖਿਆਲ ਹੈ ਉਹ ਪ੍ਰੋਗਰਾਮ ਹੈ ਨਹੀਂ, ਕਿਉਂਕਿ ਤੁਹਾਡਾ ਜਿਹੜਾ ਇਤਿਹਾਸ ਹੁੰਦਾ, ਪਿੱਛੇ ਤੁਸੀਂ ਪਿਛਲੇ ਜੀਵਨ 'ਚ ਅੱਜ ਤੱਕ ਕੀ ਲੋਕਾਂ ਲਈ ਕੀਤਾ, ਕੀ ਕਰਦੇ ਰਹੇ ਹੈ, ਔਰ ਕੀ ਤੁਹਾਡੀ ਪਲੈਨਿੰਗ ਆ, ਕਿੱਥੇ ਕਿੱਥੇ ਤੁਸੀਂ ਕੀ ਕੰਟਰੀਬਿਊਟ ਕੀਤਾ, ਉਹ ਹੀ ਤੁਹਾਡੀ ਇਹ ਸਾਰੇ ਅਗਲੇ ਵਾਲੇ ਕੰਮਾਂ ਦਾ ਗਵਾਹ ਹੁੰਦਾ। ਸਰ, ਲੇਕਿਨ ਕੁਝ ਨੌਜਵਾਨ ਇਹ ਵੀ ਕਹਿ ਰਹੇ ਨੇ, ਖਾਸ ਕਰਕੇ ਜਿਹੜੇ ਦੀਪ ਸਿੱਧੂ ਦੇ ਫਾਲੋਅਰ ਨੇ, ਵੀ ਸਟੇਜਾਂ ਤੋਂ ਬੈਠ ਕੇ ਜਿਹੜੇ ਨੇ ਮੋਰਚੇ ਨਹੀਂ ਜਿੱਤੇ ਜਾਂਦੇ। ਕਹਿੰਦੇ ਨੌਜਵਾਨਾਂ ਨੂੰ ਸਟੇਜ ਦਿਓ, ਫਿਰ ਤੁਹਾਨੂੰ ਦਿਖਾਵਾਂਗੇ ਵੀ ਸਟੇਜ ਦਾ ਸੰਚਾਲਨ ਹੁੰਦਾ ਕਿਵੇਂ ਹੈ। ਇੱਕ ਦਿਨ ਹੀ ਦੇ ਕੇ ਦੇਖ ਲਿਆ ਨਾ, ਫਿਰ ਹੁਣ ਆਪ ਤੇ ਜਾਣੀ ਇੱਕ ਮਾਫੀ ਨਹੀਂ ਮੰਗੀ, ਪਰ ਉਂਝ ਵਕੀਲਾਂ ਨਾਲ ਜਿਵੇਂ ਸਾਰੀ ਗੱਲ ਤੋਂ ਦਰਕਿਨਾਰ ਕਰਕੇ ਆਪਣੇ ਆਪ ਨੂੰ ਬਾਹਰ ਆਏ ਆ ਦੀਪ ਸਿੱਧੂ ਹੁਣੀ, ਉਹ ਕੋਈ ਉਸ ਤਰ੍ਹਾਂ ਦਾ ਊਧਮ ਸਿੰਘ ਵਰਗਾ ਬਹਾਦਰੀ ਵਾਲਾ ਕਦਮ ਤਾਂ ਨਹੀਂ ਸੀ। ਉਹਨੇ ਤੇ ਕੈਕਸਟਨ ਹਾਲ ਦੇ ਵਿੱਚ ਜਦੋਂ ਗੋਲੀ ਮਾਰੀ ਹੈ ਡਾਇਰ ਨੂੰ, ਤਾਂ ਉਹਨੇ ਕਿਹਾ ਮੈਂ ਭੱਜਣ ਨਹੀਂ ਆਇਆ ਹੈ। ਅਤੇ ਸਾਡੇ ਤਾਂ ਮੈਨੂੰ ਯਾਦ ਆ 6ਵੀਂ ਜਮਾਤ ਦੇ ਵਿੱਚ ਕਵਿਤਾ ਹੁੰਦੀ ਸੀ, ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪਕਾਰਾਂ।
ਹੈ ਨਾ ਕਿ ਮੈਂ ਕੋਈ ਇੰਜ ਨਹੀਂ ਭੱਜਣ ਨਹੀਂ ਆਇਆ, ਮੈਂ ਲੁਕਣ ਨਹੀਂ ਆਇਆ, ਮੈਂ ਜ਼ਮਾਨਤਾਂ ਲੈਣ ਨਹੀਂ ਆਇਆ, ਮੈਂ ਇੱਥੇ ਉਹਨੇ ਛਾਤੀ ਦੇ ਹੱਥ ਮਾਰ ਕੇ ਗਿਆ। ਇਹ ਭਗਤ ਸਿੰਘ ਅਸੈਂਬਲੀ 'ਚ ਬੰਬ ਭਾਵੇਂ ਫੇਕ ਸੀਗਾ, ਕਿਸੇ ਨੂੰ ਮਾਰਨਾ ਨਹੀਂ ਸੀ ਚਾਹੁੰਦੇ, ਉਹ ਭੱਜੇ ਆ। ਤੁਸੀਂ ਉਹ ਜੁਰਤ ਤੇ ਦਿਖਾਓ, ਗੱਲਾਂ ਤੁਸੀਂ ਸਭ ਨੇ ਬੜੇ ਲੈਂਦੇ ਆ, ਤੇ ਜਦੋਂ ਤੁਹਾਡੀ ਹਿੰਮਤ ਦੀ ਟੈਸਟ ਆਉਂਦਾ ਆ ਉਦੋਂ ਤੁਸੀਂ ਚੂਹੇ ਵਾਂਗੂ ਹੋ ਜਾਂਦੇ ਆ। ਇਸ ਤਰ੍ਹਾਂ ਨਹੀਂ, ਜਾਂ ਤੇ ਸ਼ੇਰ ਰਹੋ ਜਾਂ ਚੂਹਾ ਰਹੋ। ਜੇ ਚੂਹੇ ਆ ਤਾਂ ਫਿਰ ਚੂਹਿਆਂ ਵਾਂਗੂ ਕੰਮ ਕਰੋ। ਇਸ ਤਰੀਕੇ ਨਾਲ ਮੈਨੂੰ ਕੋਈ ਬਹੁਤੀ ਉਹਦੇ 'ਚ ਤੁੱਕ ਨਹੀਂ ਲੱਗੀ। ਤੁਸੀਂ ਦੇਖੋ, ਹਰ ਇੱਕ ਨੂੰ ਇਸ ਦੇਸ਼ ਦੇ ਵਿੱਚ ਵਿਚਾਰ ਰੱਖਣ ਦਾ ਅਧਿਕਾਰ ਆ। ਇਹ ਨੌਜਵਾਨ ਆ, ਇਹਨਾਂ 'ਚ ਵਲਵਲੇ ਆ। ਜੇ ਵਾਕਿਆ ਹੀ ਪ੍ਰਣਾਏ ਹੋਏ ਆ ਉਸ ਵਿਚਾਰ ਨੂੰ, ਜਿਸ ਨੂੰ ਇਹ ਬਾਰ-ਬਾਰ ਸਿੱਖੀ ਦਾ ਵਿਚਾਰ, ਸਿੱਖੀ ਦਾ ਇਤਿਹਾਸ, ਸਿੱਖੀ ਦੇ ਫਲਸਫੇ ਦੀ ਗੱਲ ਕਰਦੇ, ਉਸ ਮਾਰਗ ਤੇ ਚੱਲਣਾ, ਪਹਿਲਾਂ ਤੇ ਆਪਣੇ ਆਪ ਨੂੰ ਉਸ ਦਾ ਹਾਨੀ ਕਰਨ। ਗੱਲਾਂ ਨਹੀਂ ਕੱਲੀਆਂ ਕਰਨਾ, ਗੱਲਾਂ ਕੀਤੀਆਂ ਥੋੜ੍ਹੀਆਂ, ਗੱਲਾਂ ਤਾਂ ਮੇਰੇ ਕੋਲ ਜਿੰਨੀਆਂ ਮਰਜ਼ੀ ਕਰਾ ਲਓ। ਅੱਜ ਮੈਂ ਕੁਛ ਬੋਲ ਦੂੰਗਾ, ਕੱਲ੍ਹ ਮੈਂ ਕੁਛ ਬੋਲ ਦੂੰਗਾ, ਗੱਲਾਂ ਦਾ ਕੀ ਹੁੰਦਾ? ਤੁਸੀਂ ਉਹ ਆਪਣੀ ਇੱਕ ਹੋਂਦ, ਆਪਣੀ ਡੇਲੀ ਵਰਤਾਰਾ, ਆਪਣਾ ਰੋਜ਼ ਦਾ ਕਿਰਦਾਰ ਉਹਦੇ ਵਿੱਚ ਢਾਲੋ, ਤਾਂ ਕਿ ਤੁਹਾਡਾ ਜਿਹੜਾ ਰੋਮ ਉਸ ਗੱਲ ਲਈ ਰਚਿਆ ਹੋਵੇ, ਤੁਹਾਡੇ ਰੋਮ 'ਚ ਉਹ ਸਾਰੀ ਚੀਜ਼ ਆਪ ਕਿਸੇ ਨੂੰ ਦੱਸਣਾ ਨਾ ਪਏ, ਤੁਹਾਡੇ ਕੰਡਕਟ ਵਿੱਚੋਂ ਸਾਫ਼ ਨਜ਼ਰ ਆਏ। ਅੱਜ ਦਾ ਰੋਮ ਮੁੱਕਰਦਾ ਪਿਆ ਜੀ, ਅਸੀਂ ਤਾਂ ਉੱਥੇ ਗਏ ਨਹੀਂ। ਮੈਂ ਇਹੀ ਤੇ ਗੱਲ ਕਹਿ ਰਿਹਾ ਨਾ ਕਿ ਇਸ ਕਿਸਮ ਦਾ ਤੁਸੀਂ ਦੋ ਲੋਕਾਂ ਦੇ ਪੁੱਤ ਮਰਵਾ ਦੇਣੇ, ਇੰਨੀ ਵੱਡੀ ਗਿਣਤੀ 'ਚ ਲੋਕਾਂ ਦੇ ਕੇਸ ਬਣ ਜਾਣੇ, ਝੂਠੇ ਕੇਸ ਬਣ ਜਾਣੇ। ਉਹ ਫਿਰ ਕੁਛ ਸਰਸੇ ਉਹਨਾਂ ਨੇ SGPC ਵਾਲਿਆਂ ਨੇ ਛਡਵਾਏ, ਕੁਛ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਭੰਗੂ ਨਹੀਂ, ਉਹਨਾਂ ਦੀ ਵੀ 5 ਮੈਂਬਰੀ ਟੀਮ ਸੀ ਵਕੀਲਾਂ ਦੀ, ਉਹ ਵੀ ਲੱਗੇ ਰਹੇ ਤੇ ਇੱਕ ਸਿਰਦਰਦੀ ਤੇ ਖੜੀ ਕਰ ਦਿੱਤੀ। ਜੇ ਤੁਸੀਂ ਕੀਤੀ ਹੈ ਤੇ ਉਹਨੂੰ ਓਨ ਕਰੋ ਤੇ ਉਹਨਾਂ ਨੂੰ ਲੀਡ ਕਰੋ। ਇਸ ਤਰ੍ਹਾਂ ਆਪਾਂ ਇਹ ਕਹੀਏ ਕਿ ਸਾਨੂੰ ਸਾਰਾ ਕੁਝ ਮਿਲ ਜੇ, ਰਾਤੋਂ ਰਾਤ ਮੈਨੂੰ ਮਿਲ ਜੇ। ਜੇ ਹੁਣ ਫਿਲਮਾਂ ਨਹੀਂ ਚੱਲੀਆਂ, ਜੇ ਜਾਂ ਕਿਸੇ ਕਿਸਮ ਦਾ ਗਾਂ ਉੱਥੇ ਬਿਜ਼ਨਸ ਬੰਬੇ ਦੇ ਵਿੱਚ ਨਹੀਂ ਰਿਹਾ, ਤੇ ਆਹ ਨਵਾਂ ਬਿਜ਼ਨਸ ਹੈ ਹੁਣ ਕਿ ਤੁਸੀਂ ਰਾਜਨੀਤੀ 'ਚ ਆ ਜਾਓ, ਇੱਥੇ ਛੇਤੀ ਨਾਲ ਸਾਰਾ ਮਾਲ ਮਿਲਦਾ। ਰਾਜਨੀਤੀ ਵੀ ਸਿਰ ਉਦੋਂ ਦੀ, ਮਤਲਬ ਕਿ ਜੇ ਤਾਂ ਕੰਮ ਚੰਗਾ ਹੋ ਰਿਹਾ, ਜਿਹੜਾ ਅਸੀਂ ਉਹਦੇ ਲੀਡਰ ਸਾਨੂੰ ਹੈਗੇ ਆ, ਜਾਂ ਸਾਨੂੰ ਉਹਦੇ ਲੀਡਰ ਥਾਪਿਆ ਜਾਵੇ। ਜਿਹੜਾ ਮਾੜਾ ਕੰਮ ਹੋ ਗਿਆ, ਅਸੀਂ ਤਾਂ ਉੱਥੇ ਗਏ ਨਹੀਂ, ਅਸੀਂ ਉਸ ਚੀਜ਼ ਦੇ ਲੀਡਰ ਨਹੀਂ। ਇਹ ਤਾਂ ਸਾਫ਼ ਹੈ, ਇਹ ਤਾਂ ਮੇਰੀ ਕਹਿਣ ਦੀ ਗੱਲ ਨਹੀਂ ਹੈਗੀ। ਮੇਰਾ ਇੱਕ ਵਾਰੀ ਫੇਰ ਇਹਨਾਂ ਨੌਜਵਾਨਾਂ ਨੂੰ ਇਹੀ ਕਹਿਣਾ ਆ ਕਿ ਤੁਸੀਂ ਪਹਿਲਾਂ ਤਾਂ ਸੰਜੀਦਾ ਹੋ। ਸਾਰੀ ਚੀਜ਼ ਜੋ ਤੁਸੀਂ ਕਰਨਾ ਚਾਹੁੰਦੇ ਹੋ, ਪਹਿਲਾਂ ਉਹਦੇ ਬਾਰੇ ਜਾਣ ਲਓ, ਜਾਂ ਜਿਹੜੇ ਤੁਹਾਡੇ ਪੈਰੋਕਾਰ ਆ ਪਿੱਛੇ ਥਿੰਕ ਟੈਂਕ ਆ, ਉਹਨਾਂ ਕੋਲੋਂ ਟ੍ਰੇਨਿੰਗ ਲੈ ਲਓ ਕਿ ਕਿਵੇਂ ਕੰਡਕਟ ਕਰਨਾ। ਫਿਰ ਉਹਨਾਂ ਦੀ ਟ੍ਰੇਨਿੰਗ ਦਾ ਨਤੀਜਾ ਹੀ ਹੈ ਜਿਹੜਾ ਹੁਣ ਭੁਗਤ ਰਹੇ ਆ ਸਾਰੇ। ਇਸੇ ਕਰਕੇ ਮੈਂ ਕਹਿੰਦਾ ਕਿ ਕੱਲ੍ਹ ਨੂੰ ਤੁਸੀਂ ਇਸ ਸੁਸਾਇਟੀ ਦਾ ਕੋਈ ਸਿੱਖੀ ਦੇ ਨਾਂ 'ਤੇ ਤਾਲਿਬਾਨਾਈਜੇਸ਼ਨ ਕਰਨਾ ਆ। ਉੱਥੇ ਦੇਖ ਲਓ, ਸਾਰਾ ਅਫਗਾਨਿਸਤਾਨ ਤੋੜ ਕੇ ਸੁੱਟਤਾ। ਹੁਣ ਚਿੰਤਾ ਹੋਈ ਆ ਕਿ ਆ ਹੋਰ ਥੋੜ੍ਹੇ ਮਹੀਨਿਆਂ ਤੱਕ ਅਮਰੀਕਨਾਂ ਨੇ ਉੱਥੋਂ ਵਾਪਸ ਚਲੇ ਜਾਣਾ। ਉੱਥੇ ਕੀ ਖਾਨਾ ਜੰਗੀ ਲੱਗੂਗੀ ਕੋਈ ਪਤਾ ਨਹੀਂ ਹੈ। ਉਹ ਕਦੀ ਉੱਥੇ ਰੂਸੀ ਆ ਕੇ ਬਹਿ ਜਾਂਦੀ ਆ, ਫਿਰ ਅਮਰੀਕਨ ਆ ਕੇ ਉੱਥੇ ਨਸ਼ਾ ਇੰਨੇ ਵੱਡੇ ਪੱਧਰ 'ਤੇ ਪੈਦਾ ਹੋ ਰਿਹਾ। ਸਾਰੀ ਇਸ ਏਰੀਏ ਨੂੰ ਗੋਲਡਨ ਟਰਾਇੰਗਲ 'ਚੋਂ ਅਫਗਾਨੀ ਨਸ਼ਾ ਜਿਹੜਾ ਹੈਰੋਇਨ ਵਗੈਰਾ ਵਰਤਾਇਆ ਜਾ ਰਿਹਾ, ਉਹਦੇ 'ਤੇ ਉਹ ਪੈਸੇ ਬਣਾ ਕੇ ਆਪਣੇ ਦੇਸ਼ ਨੂੰ ਚਲਾ ਰਹੇ ਆ। ਇਹੋ ਜਿਹਾ ਆਪਾਂ ਕੋਈ ਇਹੋ ਜਿਹਾ ਵਰਤਾਰਾ ਚਾਹੁੰਦੇ ਹਾਂ? ਤੁਸੀਂ ਇਸ ਤਰ੍ਹਾਂ ਨਾ ਕਰੋ। ਆਪਾਂ ਜੇ ਸੱਚੇ ਪੰਛਕ ਹਾਂ, ਸੱਚੇ ਪਾਥ ਫਾਲੋਵਰ ਹਾਂ, ਗੁਰੂ ਨਾਨਕ ਦੇਵ ਜੀ ਦੇ, ਕਬੀਰ ਜੀ ਦੇ, ਫਰੀਦ ਦੇ, ਗੁਰੂ ਰਵਿਦਾਸ ਜੀ ਦੇ, ਫਿਰ ਉਹਨਾਂ ਦੇ ਚਲਾਏ ਹੋਏ ਮਾਰਗ 'ਤੇ ਚੱਲੀਏ। ਅਤੇ ਮਾਰਗ 'ਤੇ ਚੱਲਣ ਤੋਂ ਪਹਿਲਾਂ ਉਹਨਾਂ ਦੇ ਫਲਸਫੇ ਨੂੰ ਆਪਣੀ ਜ਼ਿੰਦਗੀ 'ਚੋਂ ਉਤਾਰੀਏ, ਉਹਨੂੰ ਸਮਝੀਏ। ਫਿਰ ਅਸੀਂ ਕੋਈ ਰਾਜਨੀਤਿਕ ਕਦਮ ਵੀ ਲੈਂਦੇ ਹਾਂ ਤੇ ਲੋਕ ਤੁਹਾਨੂੰ ਕਹਿਣਗੇ ਕਿ ਹਾਂ ਬਈ ਬੰਦੇ ਤੇ ਸ਼ਰੀਫ ਆ, ਬੰਦੇ ਤੇ ਇਮਾਨਦਾਰ ਆ। ਇੰਨੇ ਸਾਲਾਂ ਤੋਂ ਇੱਕ ਗੱਲ ਨੂੰ ਲਗਾਤਾਰ ਲੋਕਾਂ 'ਚ ਘੁੰਮ ਕੇ ਕਹਿ ਰਹੇ ਆ। ਹੁਣ ਇਹ ਜਿਹੜੀ ਦੇਸ਼ ਦੀ ਵਾਗਡੋਰ ਆ ਜਾਂ ਪੰਜਾਬ ਦੀ ਵਾਗਡੋਰ ਆ, ਇਹੋ ਜਿਹੇ ਇਮਾਨਦਾਰ, ਇਹੋ ਜਿਹੇ ਵਧੀਆ ਬੰਦਿਆਂ ਦੇ ਹੱਥ ਜਾਣੀ ਚਾਹੀਦੀ। ਲੋਕ ਖੁਦ ਲੱਭ ਕੇ ਤੁਹਾਨੂੰ ਘਰੋਂ ਉਠਾ ਕੇ ਤੁਹਾਡੇ ਗਲ 'ਚ ਚੀਫ ਮਿਨਿਸਟਰੀ ਜਾਂ ਪ੍ਰਧਾਨ ਮੰਤਰੀ ਦਾ ਹਾਰ ਪਾ ਦੇਣਗੇ। ਪਰ ਜੇ ਅਸੀਂ ਕਰਾਇਆ ਤੇ ਕੁਛ ਨਾ ਹੋਵੇ, ਇੱਕ ਪਾਸੇ ਫੇਲ ਹੋ ਕੇ ਦੂਜੇ ਪਾਸੇ ਫੇਲ ਹੋਣ ਆ ਜਾਈਏ, ਤਾਂ ਜਾਂ ਕਿਸੇ ਨੂੰ ਹੋਰਨਾਂ ਨੂੰ ਫੇਲ ਕਰਨ ਲਈ ਆ ਜਾਈਏ, ਇਹ ਕੋਈ ਬਹੁਤੀ ਚੰਗੀ ਗੱਲ ਮੈਨੂੰ ਨਹੀਂ ਲੱਗਦੀ। ਜਿਹੜੇ ਥਿੰਕ ਟੈਂਕਸ ਦੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਦਿਮਾਗ ਦੀਪ ਸਿੱਧੂ ਹੋਣਾ ਪਿੱਛੇ ਜਾਂ ਉਹਨਾਂ ਨੌਜਵਾਨਾਂ ਪਿੱਛੇ ਚੱਲ ਰਹੇ ਨੇ, ਕਿਤੇ ਪ੍ਰੋਫੈਸਰ ਮਨਜੀਤ ਸਿੰਘ ਦੇ ਘਿਰਾਓ ਦੇ ਪਿੱਛੇ ਵੀ ਉਹੀ ਦਿਮਾਗ ਤਾਂ ਨਹੀਂ ਸੀਗੇ ਬਈ ਤੁਸੀਂ ਹੁਣ ਕੁਛ ਨਾ ਕੁਛ ਅਜਿਹਾ ਕਰੋ? ਨਹੀਂ, ਮੈਨੂੰ ਨਹੀਂ ਲੱਗਦਾ। ਮੈਨੂੰ ਲੱਗਦਾ ਉਹ ਬੰਦੇ ਸਿਆਣੇ ਆ, ਜੋ ਸਾਡੇ ਨਾਲ ਗੱਲ ਕਰਨਗੇ, ਜਿਹੜੇ ਥਿੰਕ ਟੈਂਕ ਹੈ, ਉਹ ਬਿਲਕੁਲ ਸਾਡੇ ਉਹਨਾਂ ਨਾਲ ਰਿਲੇਸ਼ਨ ਵੀ ਹੈਗੇ। ਇਸ ਤਰ੍ਹਾਂ ਨਹੀਂ ਹੈਗੇ। ਕੁਛ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ। ਹੁਣ ਜਿਸ ਤਰ੍ਹਾਂ ਜਵੇਰ ਸਿੰਘ ਹੋਣੀ ਆ, ਨਹੀਂ ਹੋ ਸਕਦਾ ਹੈ ਕਿ ਮੈਂ ਸੌਰੀ ਤੁਹਾਨੂੰ ਟੋਕ ਰਿਹਾ, ਹੋ ਸਕਦਾ ਹੈ ਕਿ ਉਹਨਾਂ ਨੇ ਕਿਹਾ ਹੋਵੇ ਵੀ 25 ਸਤੰਬਰ ਨੂੰ ਤਾਂ ਖੜੇ ਸੀ ਤੇ 25 ਜਨਵਰੀ ਨੂੰ ਕੀ ਹੋ ਗਿਆ ਪ੍ਰੋਫੈਸਰ ਮਨਜੀਤ ਨੂੰ? ਨਹੀਂ, ਮੈਂ ਇਹੋ ਜਿਹੀਆਂ ਕੈਸਰਾਈਆਂ ਤੇ ਹੋ ਸਕਦੇ ਤੇ ਨਹੀਂ ਕੰਮ ਕਰਦਾ। ਹੁਣ ਜਿਸ ਤਰ੍ਹਾਂ ਜਵੇਰ ਸਿੰਘ ਹੋਣੀ ਆ,
ਉਹਨਾਂ ਦੀ ਸਟੇਜ ਦੇ ਉੱਤੇ ਡਟ ਕੇ ਦੀਪ ਸਿੱਧੂ ਦੀ ਜਾਣੀ ਸਪੋਰਟ ਕਰ ਰਹੇ ਸੀ ਹੈ ਨਾ, ਉਹਨਾਂ ਦੀ ਵਜ਼ਾਹਤ ਕਰ ਰਹੇ ਸੀ ਔਰ ਕਹਿ ਰਹੇ ਸੀ ਕਿ ਜਿਹੜੇ ਉਹਨਾਂ ਦੇ ਮਨ ਦੀ ਇੱਛਾ ਸੀ ਵੀ ਜਿਹੜੇ ਲੋਕ ਉਹਦੀ ਅੱਜ ਵਿਰੋਧਤਾ ਕਰ ਰਹੇ ਆ, ਕੱਲ੍ਹ ਨੂੰ ਜੇ ਇਤਿਹਾਸ ਲਿਖਿਆ ਜਾਊਗਾ ਤੇ ਉਹ ਵਿਰੋਧੀ ਵਿਚਾਰ ਵੀ ਲੋਕ ਚੁੱਕਣਗੇ। ਇਹ ਤਾਂ ਬਹੁਤ ਬੜੀ ਮਾੜੀ ਗੱਲ ਹੈ ਤੇ ਬਲੇਮਿਸਡ ਇੱਕ ਹੋ ਜਾਊਗਾ, ਇਹ ਤੇ ਕੰਟਰੋਵਰਸ਼ੀਅਲ ਇਤਿਹਾਸ ਹੋ ਜਾਊਗਾ। ਦੀਪ ਸਿੱਧੂ ਦਾ ਇਤਿਹਾਸ ਬਿਲਕੁਲ ਇੰਜ ਸੁਨਹਿਰੀ ਅੱਖਰਾਂ 'ਚ ਇੱਕੋ ਪਾਸੇ ਤੋਂ ਹੋਣਾ ਚਾਹੀਦਾ। ਫਿਰ ਉਹ ਇਹ ਵੀ ਕਹਿ ਰਹੇ ਸੀ ਕਿ ਉਹਨਾਂ ਨੂੰ ਸਟੇਜਾਂ ਤੋਂ ਤੁਸੀਂ ਕਿਉਂ ਨਹੀਂ ਬੋਲਣ ਦਿੰਦੇ ਸੰਯੁਕਤ ਕਿਸਾਨ ਮੋਰਚੇ ਤੋਂ। ਇਹ ਤੇ ਬ੍ਰਾਹਮਣਵਾਦ ਦਾ ਫੈਲਾਅ ਆ ਜਿਹੜਾ ਤੁਸੀਂ ਉਹਨਾਂ ਨੂੰ ਸਟੇਜਾਂ ਤੋਂ ਨਹੀਂ ਬੋਲਣ ਦਿੰਦੇ। ਇਹ ਕੋਈ ਬਹੁਤੀ ਚੰਗੀ ਵਜਾਹਤ ਨਹੀਂ ਹੈ, ਸਿਆਣਿਆਂ ਵਾਲੀ ਨਹੀਂ ਹੈਗੀ। ਪਰ ਮੈਂ ਇਸ ਗੱਲ ਦਾ ਨਹੀਂ ਕੋਈ ਉਹਨਾਂ ਨੂੰ ਦੋਸ਼ ਦਿੰਦਾ ਕਿ ਉਹਨਾਂ ਨੇ ਭੜਕਾ ਕੇ ਗੱਲ ਪਾਉਣ ਲਈ ਭੇਜੇ ਹੋਣਗੇ। ਹਾਂ, ਇੱਕ ਉਹਨਾਂ ਦੀ ਕਮੀ ਜ਼ਰੂਰ ਆ ਕਿ ਆਪਣੇ ਪੈਰੋਕਾਰ ਜਿਹੜੇ ਉਹਨਾਂ ਦੇ ਫਾਲੋਅਰ ਆ, ਜਿਹੜੀ ਉਹਨਾਂ ਦੇ ਫੁੱਟ ਸੋਲਜਰ ਆ, ਉਹਨਾਂ ਨੂੰ ਸਿਆਣੇ ਕਰਨ, ਨਹੀਂ ਤੇ ਉਹ ਉਹਨਾਂ ਨੂੰ ਵੀ ਡੋਬ ਦੇਣਗੇ। ਹੁਣ ਡੋਬ ਹੀ ਰਹੇ ਆ। ਇਹ ਜੇ ਆਪ ਖੁਦ ਸਿਆਣੇ ਹੁਣ ਅਜਮੇਰ ਜਿਹੜੇ ਇਹ ਆਪਣੇ ਸਿੱਖ ਸਕਾਲਰ ਆ ਅਜਮੇਰ ਸਿੰਘ ਜੀ, ਉਹ ਆਪ ਕਿਸੇ ਵੇਲੇ ਬਹੁਤ ਵੱਡੀ ਨਕਸਲਾਈਟ ਪਾਰਟੀ ਦੇ ਹੈੱਡ ਰਹੇ ਆ। ਉਹਨਾਂ ਨੂੰ ਪੂਰਾ ਜ਼ਿੰਦਗੀ ਦਾ ਰਾਜਨੀਤਿਕ ਤਜਰਬਾ, ਬੜਾ ਅਨੁਭਵ ਆ। ਹੁਣ ਉਨੀ ਸ਼ਿੱਦਤ ਦੇ ਨਾਲ ਉਹ ਸਿੱਖ ਫਲਸਫੇ ਨੂੰ ਅੱਗੇ ਤੋਰ ਰਿਹਾ। ਉਹਦੇ 'ਚ ਵੀ ਉਹ ਪੜ੍ਹਾਈ ਕਰਕੇ ਆਪਣੀ ਕਮਿਟਮੈਂਟ 'ਚੋਂ ਕਰ ਰਿਹਾ। ਮੈਨੂੰ ਕੋਈ ਉਹਦੇ 'ਚ ਬਹੁਤਾ ਉਸ ਕਿਸਮ ਦਾ ਕੰਟਰੋਵਰਸੀ ਦਾ ਜਾਂ ਕੋਈ ਖੋਟ ਜਾਂ ਕਹਿ ਲਓ ਤੁਸੀਂ ਡੁਪਲੀਕੇਸੀ ਨਹੀਂ ਲੱਗਦੀ। ਪਰ ਜੇ ਤੁਸੀਂ ਇਸ ਤਰ੍ਹਾਂ ਹੈਗੇ ਆ, ਜੇ ਤੁਸੀਂ ਆਪਣੀ ਮਨ 'ਚੋਂ ਕਿਸੇ ਤਰੀਕੇ ਨਾਲ ਚੱਲ ਰਹੇ ਆ, ਕਾਮਰੇਡੀ ਤੋਂ ਸਿੱਖੀ ਵੱਲ ਸ਼ਿਫਟ ਹੋਣਾ, ਇਹ ਛੋਟੀ ਸ਼ਿਫਟ ਨਹੀਂ ਹੈ। ਪਰ ਚੰਗੀ ਗੱਲ ਹੈ, ਤੁਹਾਡੀ ਹਿੰਮਤ ਆ, ਤੁਸੀਂ ਇੱਕੋ ਜੀਵਨ 'ਚ ਦੋ ਜੀਵਨ ਕੀਤੇ ਹੈ ਨਾ, ਔਰ ਦੋਹਾਂ ਨੂੰ ਸ਼ਿੱਦਤ ਦੇ ਨਾਲ ਕੀਤਾ। ਪਰ ਇਹਨਾਂ ਨੂੰ ਵੀ ਤਾਂ ਸਮਝਾਓ, ਇਹਨਾਂ ਨੂੰ ਟ੍ਰੇਨਿੰਗ ਦਿਓ, ਅਕਲ ਦਿਓ। ਗੱਲ ਕੀ ਕਰਨੀ ਹੈ ਤੇ ਤੁਹਾਨੂੰ ਵੀ ਡੋਬ ਦੇਣਗੇ। ਇਹ ਤਾਂ ਤੁਹਾਡੇ ਲਈ ਵੀ ਇੱਕ ਬੋਝ ਬਣ ਕੇ ਖੜੇ ਹੋ ਜਾਣਗੇ। ਇਸ ਲਈ ਮੇਰਾ ਖਿਆਲ ਹੈ ਕਿ ਉਹਨਾਂ ਨੇ ਸ਼ਰਾਰਤ ਨਾਲੋਂ ਜ਼ਿਆਦਾ ਇਹਨਾਂ ਨੂੰ ਇਹ ਚਾਹੀਦਾ ਕਿ ਇਹਨਾਂ ਨੂੰ ਡਿਸਿਪਲਿਨਡ ਬੱਚੇ ਬਣਾਉਣ, ਇਹਨਾਂ ਦੀ ਟ੍ਰੇਨਿੰਗ ਕਰਨ, ਇਹਨਾਂ ਨੂੰ ਸਮਝਾਉਣ ਕਿ ਸਿੱਖੀ ਫਲਸਫਾ ਕਿਵੇਂ ਦਾ ਹੈਗਾ। ਉਹ ਸਟੇਜ ਤੋਂ ਕਹਿ ਵੀ ਰਹੇ ਸੀ, ਪਰ ਉਹਨਾਂ ਦੇ ਆਪਣੇ ਬੰਦਿਆਂ 'ਚ ਉਹ ਕੋਈ ਵੀ ਚੀਜ਼ ਨਜ਼ਰ ਨਹੀਂ ਸੀ ਆ ਰਹੀ ਜਿਹੜੀ ਉਹ ਖੁਦ ਅਜਮੇਰ ਸਿੰਘ ਹੋਣੀ ਸਟੇਜ ਤੋਂ ਦੂਸਰਿਆਂ ਨੂੰ ਦੱਸ ਰਹੇ ਸੀ। ਸਰ, ਇੱਕ ਤਾਜ਼ਾ ਜਿਹੜਾ ਇੱਕ ਵਿਵਾਦ ਸਾਹਮਣੇ ਆਇਆ ਵੀ ਲੱਖੇ ਸਿਧਾਣੇ ਦੇ ਚਾਚੇ ਦੇ ਮੁੰਡੇ ਨੂੰ ਜੋ ਇਲਜ਼ਾਮ ਲੱਗੇ ਹੈ ਕਿ ਦਿੱਲੀ ਪੁਲਿਸ ਦੀ ਜਿਹੜੀ ਸਪੈਸ਼ਲ ਸੈੱਲ ਹੈਗੀ ਉਹ ਚੁੱਕ ਕੇ ਲੈ ਕੇ ਜਾਂਦੀ ਹੈ ਤੇ ਬਹੁਤ ਤਸ਼ੱਦਦ ਵੀ ਹੁੰਦਾ ਹੈ ਤੇ ਵਾਪਸ ਫਿਰ ਛੱਡ ਕੇ ਗਏ ਨੇ। ਨਾਲ ਇਹ ਵੀ ਕਿਹਾ ਵੀ ਲੱਖੇ ਨੂੰ ਸਮਝਾ ਲੈ ਵੀ ਮੋਰਚੇ ਤੋਂ ਦੂਰ ਹੋ ਜਾ, ਨਹੀਂ ਤਾਂ ਐਨਕਾਊਂਟਰ ਕੀਤਾ ਜਾਵੇਗਾ। ਤੁਹਾਨੂੰ ਜਿਹੜੀ ਇਹ ਗੱਲ ਦੱਸੀ ਗਈ ਹੈ ਜਾਂ ਕਹਾਣੀ ਦੱਸੀ ਗਈ ਹੈ, ਇਹਦੇ 'ਚ ਕਿੰਨੀ ਕੁ ਸੱਚਾਈ ਲੱਗਦੀ ਹੈ? ਨਹੀਂ, ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਪੁਲਿਸ ਇੱਥੇ ਵੜੀ ਕਿਵੇਂ? ਪੰਜਾਬ ਪੁਲਿਸ ਸੁੱਤੀ ਪਈ ਸੀ। ਪੰਜਾਬ ਪੁਲਿਸ ਕਿਉਂ ਨਹੀਂ ਇਨਕੁਆਇਰੀ ਕਰਦੀ ਕਿ ਕਿਸੇ ਬੰਦੇ ਨੂੰ ਕੋਈ ਵੀ ਹੋਵੇ, ਕ੍ਰਾਈਮ ਨਾ ਕ੍ਰਾਈਮ, ਉਹਦੇ ਪਿੱਛੇ ਪੋਲਿਟਿਕਸ, ਉਹ ਦੂਸਰੇ ਲੈਵਲ ਦੀ ਗੱਲ ਆ। ਦਿੱਲੀ ਪੁਲਿਸ ਲੈ ਜਾਂਦੀ ਆ, ਉਹ ਜਾ ਕੇ ਕਹਿੰਦੇ ਅੰਬਾਲੇ ਲਾਗੇ ਛੱਡ ਜਾਂਦੀ ਆ। ਉੱਥੇ ਉਹਦੀ ਕੁੱਟਮਾਰ ਦਾ ਵੀ ਹੈਗਾ। ਉਹ ਕਿਹਨੇ ਕੁੱਟਮਾਰ ਕੀਤੀ, ਕਿਉਂ ਨਹੀਂ ਉਹਦੀ ਤਹਿਕੀਕਾਤ ਕੀਤੀ ਜਾਂਦੀ? ਕਿਸੇ ਦਾ ਕੀ ਜ਼ਰੂਰਤ ਹੈ? ਹੁਣ ਤੁਸੀਂ ਆ, ਤੁਹਾਡਾ ਵਿਚਾਰ ਕਿਹੋ ਜਿਹਾ ਵੀ ਹੋ ਸਕਦਾ। ਜੇ ਤੁਸੀਂ ਕੋਈ ਕ੍ਰਾਈਮ ਕੀਤਾ, ਇਹਦਾ ਮਤਲਬ ਹੈ ਤੁਸੀਂ ਕੁੱਟੋਗੇ ਕਿਸੇ ਨੂੰ। ਕਿਸੇ ਨੂੰ ਕੁੱਟਣ ਦਾ ਅਧਿਕਾਰ ਨਹੀਂ, ਕਿਸੇ ਪੁਲਿਸ ਨੂੰ ਕੁੱਟਣ ਦਾ। ਲੇਕਿਨ ਦਿੱਲੀ ਪੁਲਿਸ ਮੁੱਕਰ ਰਹੀ ਹੈ, ਕਹਿੰਦੇ ਅਸੀਂ ਕੁੱਟਿਆ ਹੀ ਨਹੀਂ, ਅਸੀਂ ਪੁੱਛਗਿੱਛ ਜ਼ਰੂਰ ਕੀਤੀ ਹੈ, ਲੇਕਿਨ ਕੁੱਟਿਆ ਹੀ ਨਹੀਂ। ਜਿੰਨਾ ਮਰਜ਼ੀ ਡਿਨਾਈ ਕਰਨ, ਪੰਜਾਬ ਗੌਰਮੈਂਟ ਸੁੱਤੀ ਪਈ ਆ। ਇੱਥੋਂ ਪੰਜਾਬ ਤੋਂ ਬੱਚਾ ਗਿਆ ਕੋਈ ਵੀ ਹੋਵੇ, ਮੈਂ ਉਹਦੀ ਕੰਟਰੋਵਰਸੀ 'ਚ ਨਹੀਂ ਪੈਂਦਾ। ਪੰਜਾਬ ਗੌਰਮੈਂਟ ਦੀ ਇਹ ਬਹੁਤ ਵੱਡੀ ਅਣਗਹਿਲੀ ਹੈ। ਰਹੀ ਗੱਲ ਕਿ ਹੁਣ ਉਹਨਾਂ ਨੂੰ ਉਹਦੇ ਵਿੱਚੋਂ ਕੀ ਪੋਲਿਟਿਕਸ ਹੈਗੀ ਆ, ਕੀ ਉਹਨਾਂ ਨੂੰ ਵੀ ਐਸਟੈਬਲਿਸ਼ ਕਰਨਾ ਚਾਹੁੰਦੇ ਆ, ਜਾਂ ਉਹਦੇ ਰਾਹੀਂ ਲੱਖੇ ਦੀ ਲੀਡਰੀ ਨੂੰ ਚਮਕਾਉਣਾ ਚਾਹੁੰਦੇ ਆ, ਇਹ ਕੰਟਰੋਵਰਸ਼ੀਅਲ ਗੱਲਾਂ ਹੁੰਦੀਆਂ। ਕੋਈ ਇਸ ਨੂੰ ਇਸ ਤਰ੍ਹਾਂ ਸਮਝੂਗਾ, ਕੋਈ ਕਹੂਗਾ ਨਹੀਂ ਜੀ ਉਹ ਤੇ ਉਹਨਾਂ ਨੂੰ ਤਸ਼ੱਦਦ ਲਈ, ਕੁੱਟਣ ਮਾਰਨ ਲਈ ਕੀਤਾ ਗਿਆ। ਮੈਂ ਉਸ ਕੰਟਰੋਵਰਸੀ 'ਚ ਨਹੀਂ ਪੈਂਦਾ ਜ਼ਿਆਦਾ। ਪਰ ਇਹ ਗੱਲ ਜ਼ਰੂਰ ਹੈਗੀ ਹੈ ਇਸ ਸਾਰੇ ਕੇਸ ਵਿੱਚ ਕਿ ਇੰਜ ਕਿਸੇ ਨਾਲ ਵੀ ਧੱਕਾ ਕਰਨਾ, ਉਹ ਲੱਖਾ ਸਿਧਾਣਾ ਹੋਵੇ ਜਾਂ ਲੱਖੇ ਦਾ ਕੋਈ ਰਿਸ਼ਤੇਦਾਰ ਹੋਵੇ, ਉਹਨਾਂ ਨੂੰ ਤੁਸੀਂ ਚੁੱਕ ਕੇ ਲੈ ਜਾਓ ਤੇ ਫਿਰ ਬਾਹਰ ਛੱਡ ਜਾਓ। ਔਰ ਕੋਈ ਸਰਕਾਰ ਸਾਡੀ ਸੁੱਤੀ ਪਈ ਹੋਵੇ, ਇਹ ਇੱਕ ਮੈਨੂੰ ਬਿਲਕੁਲ ਇੰਜ ਤੇ ਇੰਨਾ ਗੈਰ ਕਾਨੂੰਨੀ ਗੱਲ ਹੋ ਜਾਊਗਾ, ਕਿਸੇ ਨੂੰ ਵੀ ਕੋਈ ਚੁੱਕ ਕੇ ਕਦੀ ਵੀ ਕੋਈ ਲੈ ਜਾਊਗਾ, ਕੁੱਟ ਮਾਰ ਕੇ ਸੁੱਟ ਜਾਊਗਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਨਾਲੇ ਮੇਰੇ ਖਿਆਲ 'ਚ ਜੋ ਇਸ ਵੇਲੇ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ, ਖਾਸ ਕਰਕੇ ਇੱਥੇ ਲੀਡਰਾਂ ਨੂੰ ਤਾਂ ਬੜਨ ਨਹੀਂ ਦਿੱਤਾ ਜਾ ਰਿਹਾ, ਤੇ ਦਿੱਲੀ ਪੁਲਿਸ ਦੀ ਮੈਨੂੰ ਨਹੀਂ ਲੱਗਦਾ ਹਿੰਮਤ ਪਾਉਂਗੇ ਕਿ ਪੰਜਾਬ ਦੇ ਵਿੱਚ ਆ ਕੇ ਕਿਸੇ ਨੌਜਵਾਨ ਨੂੰ ਚੁੱਕ ਕੇ ਉਹ ਲੈ ਜਾਣਗੇ, ਨਾਲੇ ਕੁੱਟਮਾਰ ਕਰਨਗੇ। ਇਸੇ ਕਰਕੇ ਲੋਕਾਂ ਨੂੰ ਸ਼ੱਕ ਹੋ ਰਿਹਾ ਕਿ ਬਿਨਾਂ ਇਜਾਜ਼ਤ ਤੋਂ ਨਹੀਂ ਗਿਆ, ਬਿਨਾਂ ਸਮਝਦਾਰੀ ਤੋਂ, ਬਿਨਾਂ ਮਿਲੀ ਭਗਤ ਤੋਂ ਨਹੀਂ ਗਿਆ। ਇਹੀ ਤੇ ਇਸੇ ਕਰਕੇ ਤੇ ਕਹਿ ਰਹੇ ਕਿਸੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ, ਜਾਂ ਉਹਦੇ 'ਤੇ ਕੋਈ ਕਾਨੂੰਨ ਇਹੋ ਜਿਹਾ NIA ਵਰਗਾ ਜਾਂ ਇਹੋ ਜਿਹਾ ਲਾਇਆ ਜਾਏ ਜਿੱਥੇ ਪੰਜਾਬ ਦੀ ਪੁਲਿਸ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਉਹ ਦੱਸਣ ਵੀ ਕਿਹੜੀ ਗੱਲ 'ਤੇ ਫਿਰ ਤੁਸੀਂ ਛੱਡ ਵੀ ਗਏ, ਕੋਈ ਉਹਦੇ 'ਤੇ FIR ਵੀ ਦਰਜ ਉਸ ਕਿਸਮ ਦੀ ਨਹੀਂ, ਔਰ ਧਮਕੀਆਂ ਭਰੀਆਂ ਸਾਰੀਆਂ ਗੱਲਾਂ। ਇਹਦੇ 'ਚ ਕਾਫੀ ਕੁਛ ਕਾਲਾ ਲੱਗਦਾ। ਤੇ ਮੇਰਾ ਖਿਆਲ ਹੈ ਇਹ ਕਾਲਾ ਮਾਲਾ ਜਿਹੜਾ ਜਦ ਤੱਕ ਪੰਜਾਬ ਗੌਰਮੈਂਟ ਆਪ ਉਹਦੇ 'ਚ ਹਿੰਮਤ ਕਰਕੇ ਇੰਟਰਵੀਨ ਨਹੀਂ ਕਰਦੀ, ਇਹ ਸ਼ੰਕੇ ਬਣੇ ਰਹਿਣਗੇ। ਸੋ ਮੇਰਾ ਆਖਰੀ ਸਵਾਲ, ਤੁਹਾਨੂੰ ਲੱਗਦਾ ਹੈ ਵੀ ਜਿਹੜੇ ਨੌਜਵਾਨਾਂ ਨੇ ਤੁਹਾਨੂੰ ਵੀ ਉਦੋਂ ਸਵਾਲ ਕੀਤਾ
ਜਾਂ ਜਿਹੜੇ ਨੌਜਵਾਨ ਹਲੇ ਵੀ ਦੀਪ ਸਿੱਧੂ ਦੀ ਲੀਡਰੀ ਨੂੰ ਲੈ ਕੇ ਜਾਂ 25 ਸਤੰਬਰ ਜਾਂ 25 ਜਨਵਰੀ ਦੇ ਵਿੱਚ ਦੇ ਫਾਸਲੇ ਨੂੰ ਨਹੀਂ ਸਮਝ ਰਹੇ, ਉਹਨਾਂ ਨੂੰ ਲੋੜ ਹੈ ਸਮਝਣ ਦੀ ਕਿ 25 ਸਤੰਬਰ ਨੂੰ ਕੀ ਹੋਇਆ ਸੀ, ਸ਼ੰਭੂ ਮੋਰਚੇ ਤੇ ਇਕੱਠ ਕਿਉਂ ਹੋਇਆ ਸੀ ਤੇ 25 ਜਨਵਰੀ ਨੂੰ ਰਾਤ ਨੂੰ ਸਟੇਜ ਕੈਪਚਰ ਕਰਕੇ ਕੀ ਕੁਝ ਹੋਇਆ, ਉਹਦੇ ਵਿਚਾਲੇ ਦਾ ਜਿਹੜਾ ਡਿਫਰੈਂਸ ਹੈ ਜਾਂ ਦੋਨਾਂ ਗੱਲਾਂ ਦੇ ਮਤਲਬ ਨੂੰ ਸਮਝਣ ਦੀ ਲੋੜ ਹੈ ਇਸ ਵੇਲੇ। ਨਹੀਂ ਬਿਲਕੁਲ, ਜਦੋਂ 25 ਜਨਵਰੀ ਦਾ ਸਾਰਾ ਕੁਝ ਹੋਇਆ ਉਹਦੇ ਬਾਰੇ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹੋ ਜਿਹਾ ਕੁਛ ਨਾ ਕੁਛ ਹੋ ਸਕਦਾ, ਤੇ ਉਦੋਂ ਉਹ ਵਾਪਰ ਗਿਆ ਕਿਉਂਕਿ ਅਸੀਂ ਨਾਲ ਹੀ ਸੀ, ਉੱਥੇ ਇਨਵੋਲਡ ਸੀ। ਅਸੀਂ 22 23 24 ਨੂੰ ਉੱਥੇ ਸੀਗੇ, ਸਾਨੂੰ ਅੰਦਾਜ਼ਾ ਸੀ, ਲੋਕ ਕਿਸਾਨ ਲੀਡਰ ਦੱਸ ਰਹੇ ਸੀ ਕਿ ਇਹੋ ਜਿਹਾ ਕੁਛ ਹੋਣ ਦਾ ਸਾਨੂੰ ਸ਼ੰਕਾ ਹੈਗਾ, ਔਰ ਉਹ ਹੋਇਆ। ਮੇਰਾ ਖਿਆਲ ਹੈ ਕਿ ਜਿਹੜਾ ਤੁਹਾਡਾ ਪਹਿਲਾਂ ਵੀ ਇਹੀ ਨੌਜਵਾਨਾਂ ਬਾਰੇ ਸਵਾਲ ਸੀ, ਨੌਜਵਾਨਾਂ ਨੂੰ ਇਹ ਮਨ ਵਿੱਚ ਹੋਣਾ ਕਿ ਦਿੱਲੀ ਪੰਜਾਬ ਨਾਲ ਧੱਕਾ ਕਰਦੀ ਹੈ, ਇਹ ਸਾਰੇ ਸੂਬਿਆਂ ਦਾ ਕਿਸੇ ਨਾ ਕਿਸੇ ਰੂਪ 'ਚ ਦਿੱਲੀ ਦੇ ਉੱਤੇ ਸ਼ਿਕਾਇਤ ਹੈਗੀ ਹੈ। ਪਰ ਤੁਸੀਂ ਜਿਸ ਤਰੀਕੇ ਨਾਲ ਇਸ ਨੂੰ ਫਾਲੋ ਅਪ ਕਰਨਾ ਚਾਹੁੰਦੇ ਆ, ਔਰ ਉਹ ਵੀ ਐਸ ਦੀਪ ਸਿੱਧੂ ਨੂੰ ਆਪਣਾ ਲੀਡਰ ਬਣਾ ਕੇ, ਜਿਹਦੀ ਕੋਈ ਇਹਨਾਂ ਕੰਮਾਂ 'ਚ ਟ੍ਰੇਨਿੰਗ ਨਹੀਂ ਹੈ ਕਿ ਉਹ ਐਡੀ ਵੱਡੀ ਸਰਕਾਰ ਦਾ ਮੁਕਾਬਲਾ, ਜਿਹੜਾ ਪਹਿਲੀ ਵਾਰੀ ਇੱਕ ਵਾਰੀ ਅੰਦਰ ਗਿਆ ਔਰ ਫਿਰ ਹੁਣ ਜ਼ਮਾਨਤਾਂ ਲਈ ਸਾਰਾ ਕੁਝ ਕਿ ਮੈਂ ਤੇ ਨਹੀਂ ਸੀ ਜੀ, ਮੈਂ ਤੇ ਨਹੀਂ ਸੀ ਇੰਜ ਕਰਦਾ, ਉਹ ਕਿੰਨੀ ਕੁ ਦੂਰ ਤੱਕ ਇਸ ਸਾਰੀ ਜਿਹੜੇ ਜੋ ਕਲੇਮ ਕਰ ਰਹੇ ਆ ਉੱਥੇ ਤੱਕ ਲੈ ਜਾਣਗੇ। ਇਹਨਾਂ ਵੀਰਾਂ ਨੂੰ ਵੀ ਪਹਿਲਾਂ ਤਾਂ ਉਹਦੀਆਂ ਇੰਪਲੀਕੇਸ਼ਨ ਸਮਝਣਾ ਚਾਹੀਦੀਆਂ। ਦੇਖੋ, ਜੋ ਤਾਕਤ ਸੋਚ ਦੀ ਔਰ ਸਮਝ ਦੀ ਹੁੰਦੀ ਹੈ ਉਹ ਤਲਵਾਰਾਂ ਤੇ ਤੋਪਾਂ ਦੀ ਨਹੀਂ ਹੁੰਦੀ। ਉਹ ਮਸਲ ਪਾਵਰ ਦਿਖਾ ਕੇ ਗੁੰਡਾਗਰਦੀ ਨਾਲ ਜਾਂ ਦਾਦਾਗਿਰੀ ਦੇ ਨਾਲ ਤੁਸੀਂ ਕਹੋਗੇ ਕਿ ਇਸ ਦਿੱਲੀ ਨੂੰ ਢਾਲੋਗੇ, ਉਹ ਚਾਹੁੰਦੇ ਕਿ ਤੁਸੀਂ ਇੰਜ ਕਰੋ ਤਾਂ ਕਿ ਤੁਹਾਨੂੰ ਦਬੋਚਿਆ ਜਾਏ। ਪਰ ਜੇ ਤੁਸੀਂ ਪਲੈਨਿੰਗ ਦੇ ਨਾਲ, ਸੋਚ ਦੇ ਨਾਲ, ਇਨਸਾਫ ਦੇ ਨਾਲ ਔਰ ਲੋਕਾਂ ਨੂੰ ਨਾਲ ਲੈ ਕੇ, ਤੇ ਲੋਕ ਨਾਲ ਤਾਂ ਲੱਗਣਗੇ ਜੇ ਲੋਕਾਂ ਦਾ ਇੱਜ਼ਤ ਕਰੋਗੇ, ਲੋਕਾਂ ਦਾ ਸਤਿਕਾਰ ਕਰੋਗੇ। ਜੇ ਲੋਕਾਂ ਦੇ ਉੱਤੇ ਆਪਣਾ ਧੌਂਸ ਜਮਾਓਗੇ ਫਿਰ ਉਹ ਤਾਂ ਨਹੀਂ ਮਿਲੂਗਾ। ਫਿਰ ਤੁਸੀਂ ਕਿਸੇ ਵੀ ਹੋਰ ਜਿਸ ਤਰ੍ਹਾਂ ਦੇ ਗੈਂਗ ਹੁੰਦੇ ਆ ਉਸ ਕਿਸਮ ਦੀ ਪੋਲਿਟਿਕਸ ਤੇ ਕਰ ਸਕਦੇ ਆ, ਲੋਕਪ੍ਰਿਆ ਪੋਲਿਟਿਕਸ ਨਹੀਂ ਹੋ ਸਕਦੀ। ਜੇ ਤੁਸੀਂ ਵਾਕਿਆ ਹੀ ਪੰਜਾਬ ਦੇ ਨਾਲ ਕੋਈ ਇਨਸਾਫ ਵਾਲੀ ਰਾਜਨੀਤੀ ਲੈ ਕੇ ਆਉਣਾ ਚਾਹੁੰਦੇ ਆ, ਕੋਈ ਇੱਥੇ ਕਾਨੂੰਨ ਦੀ ਰਾਜਨੀਤੀ ਲੈ ਕੇ ਆਉਣੇ ਚਾਹੁੰਦੇ ਆ, ਜਾਂ ਇਨਸਾਫ ਪ੍ਰਿਆ ਰਾਜਨੀਤੀ ਲੈ ਕੇ ਤੁਹਾਡੇ ਕੋਈ ਸੁਪਨੇ ਹੈਗੇ ਆ ਜਿਹੜੀ ਕਿ ਦਿੱਲੀ ਵਾਲਿਆਂ ਨਾਲੋਂ ਅਲੱਗ ਆ, ਤਾਂ ਉਹਦੇ ਹਾਣੀ ਬਣਨਾ ਪਹਿਲਾਂ ਬਹੁਤ ਜ਼ਰੂਰੀ ਹੈ। ਬਿਲਕੁਲ, ਜੇ ਦੀਪ ਸਿੱਧੂ ਨੂੰ ਤੁਸੀਂ ਲੀਡਰ ਬਣਾਉਣਾ ਹੀ ਚਾਹੁੰਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਉਹਨੂੰ ਇਲੈਕਸ਼ਨ ਵੀ ਲੜਵਾਓ। ਲੇਕਿਨ ਇੱਕ ਵਾਰ ਇਹ ਗੱਲ ਜ਼ਰੂਰ ਸੋਚੋ, ਜੇਕਰ ਪ੍ਰੋਫੈਸਰ ਮਨਜੀਤ ਸਿੰਘ ਜੀ ਵਰਗੇ ਤਜਰਬੇਕਾਰ ਬੰਦੇ ਨੇ 25 ਸਤੰਬਰ ਨੂੰ ਖੜ੍ਹ ਕੇ ਤਾਰੀਫ ਕੀਤੀ ਹੈ, ਪਰ 25 ਜਨਵਰੀ ਨੂੰ ਜੇਕਰ ਉਹ ਕੁਝ ਨਹੀਂ ਬੋਲੇ ਤਾਂ ਕੁਝ ਦਾ ਕਾਰਨ ਰਿਹਾ ਹੋਣਾ ਹੈ। ਬਜਾਏ ਕਿ ਪ੍ਰੋਫੈਸਰ ਮਨਜੀਤ ਸਿੰਘ ਜੀ ਨੂੰ ਸਵਾਲ ਕੀਤਾ ਜਾਵੇ, ਤੁਸੀਂ ਆਪ ਸੋਚੋ ਵੀ ਦੋਹਾਂ ਸਥਿਤੀਆਂ ਦੇ ਵਿੱਚ ਆਖਰ ਅੰਤਰ ਕੀ ਸੀ। ਇੱਕ ਸਿਆਣਾ ਜੋ ਬੰਦਾ ਹੈ ਉਹ ਆਖਰ ਉਦੋਂ ਦੀਪ ਸਿੱਧੂ ਦੇ ਹੱਕ ਵਿੱਚ ਕਿਉਂ ਨਹੀਂ ਬੋਲਿਆ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।